ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। मिंटू जी वेलकम, स्वागत है जी। सत श्री अकाल जी। शुक्रिया जी, साਰਿਆਂ ਨੂੰ ਸਤਿ ਸ੍ਰੀ ਅਕਾਲ। आई होप कि ਤੁਹਾਡਾ ਵੀਕਐਂਡ ਵਧੀਆ ਨਿਕਲਿਆ ਹੋਵੇਗਾ। और ਸਾਡੇ ਵੀਕਐਂਡ ਚੜ੍ਹਦਿਆਂ ਹੀ ਸਰਕਾਰ ਨੇ ਅਨਾਉਂਸਮੈਂਟ ਕਰ ਦਿੱਤੀ ਹੈ ਕੈਨੇਡਾ ਦੀ ਰਾਜਨੀਤੀ ਸਿਖਰ ਤੇ ਪਹੁੰਚ ਗਈ ਹੈ ਔਰ ਚੋਣਾਂ ਹੋਣ ਜਾ ਰਹੀਆਂ ਨੇ। ਇੱਥੇ ਵੀ ਹੁਣ ਰਾਜਨੀਤੀ ਵੱਧ ਜਾਣੀ ਹੈ ਜੀ। ਖੈਰ ਐਨੀਵੇ, ਪੰਜਾਬ ਦੀ ਰਾਜਨੀਤੀ ਦੀ ਗੱਲ ਕਰੀਏ ਤਾਂ ਉੱਥੇ ਕਿਹੜੇ ਵੇਲੇ ਕੋਈ ਛਲਾਂਗ ਮਾਰ ਕੇ ਦੂਜੇ ਦਲ ਦੇ ਵਿੱਚ ਚਲ ਜਾਂਦਾ ਹੈ, ਉਹਦੀ ਕੋਈ ਪਤਾ ਨਹੀਂ। ਪਰ ਜਿਹੜਾ ਬੰਦਾ ਸਹੀ ਤਰੀਕੇ ਨਾਲ ਕੋਈ ਖਾਮੀਆਂ ਉਜਾਗਰ ਕਰਦਾ, ਮੈਂ ਉਹਦੀ ਬੜੀ ਪਰਸਨਲ ਤਰੀਕੇ ਨਾਲ ਜਿਹੜੀ ਹੈ ਰਿਸਪੈਕਟ ਕਰਦਾ ਕਿ ਅੱਛੇ ਤਰੀਕੇ ਨਾਲ ਜੇ ਤੁਸੀਂ ਖਾਮੀਆਂ ਕਿਸੇ ਦੀਆਂ ਦਿੰਦੇ ਹੋ। ਜੋਸ਼ੀ, ਅਨਿਲ ਜੋਸ਼ੀ, ਜਿਸ ਨੇ ਕਿਸਾਨੀ ਮੁੱਦੇ ਨੂੰ ਲੈ ਕੇ ਜਿਸ ਤਰੀਕੇ ਨਾਲ ਮਿਸਟਰ ਗਰੇਵਾਲ ਦੀ ਸੈਂਡ ਦੈੜ ਕੇ ਤੁਸੀਂ ਆਉਂਦੇ ਹੋ, ਬੋਲ ਜਾਂਦੇ ਹੋ ਪਬਲਿਕ ਦੇ ਵਿੱਚ, ਜਿਹੜੇ ਸਾਡੇ ਵਰਗੇ ਲੋਕ ਵਿਚਰਦੇ ਨੇ ਜਾਂ ਜਿਹੜਾ ਪਾਰਟੀ ਵਰਕਰ ਵਿਚਰਦਾ ਜਵਾਬ ਦੇ ਉਹਨੂੰ ਹੋਣਾ ਪੈਂਦਾ। ਕੁਝ ਇਹੋ ਜਿਹੇ ਮਤਲਬ ਪੁਆਇੰਟ ਵੀ ਆਏ ਸਨ ਬਿਆਨ, ਤੇ ਕੁਝ ਹੋਰ ਵੀ ਉਸ ਨੂੰ ਲੈ ਕੇ ਕਾਫੀ ਉਸਨੂੰ ਅਲੱਗ ਥਲੱਗ ਕਰ ਦਿੱਤਾ ਗਿਆ। ਹੁਣ ਇਹ ਖਬਰ ਹੈ ਕਿ ਸ਼ਾਇਦ ਅਕਾਲੀ ਦਲ ਦੇ ਵਿੱਚ ਜਾ ਸਕਦੇ ਨੇ। ਕੀ ਲੱਗਦਾ ਤੁਹਾਨੂੰ? ਹਾਂਜੀ, 20 ਤਰੀਕ ਦੁਪਹਿਰੇ 3 ਵਜੇ ਜਾ ਸਕਦਾ ਜੋਸ਼ੀ। ਠੀਕ ਹੈ ਜੀ। ਹਾਂਜੀ, ਚੰਡੀਗੜ੍ਹ ਦੇ ਵਿੱਚ ਹੀ ਕਹਿੰਦੇ ਸੀ ਪੁਰਾਣੇ ਗੋਏ ਕਿ ਦੇਖੋ ਜੋਸ਼ੀ ਦੀ ਹੁਣੇ ਮੈਂ ਇੱਕ ਇੰਟਰਵਿਊ ਸੁਣ ਰਿਹਾ ਸੀਗਾ ਇੱਕ ਚੈਨਲ ਤੇ ਉਹ ਜਿਹੜੀ ਗੱਲ ਕਹਿ ਰਹੇ ਨੇ ਬੜੀ ਜਿੱਦਾਂ ਕਹਿ ਲਓ ਕਿ ਇੱਕ ਤਰ੍ਹਾਂ ਨਾਲ ਠੋਸ ਵਜ੍ਹਾ ਬਣਦੀ ਹੈ। ਅੱਛਾ, ਉਹਨਾਂ ਨੇ ਜਿਹੜੀ ਗੱਲ ਕਹੀ ਉਹ ਕਹਿੰਦੇ ਕਿ ਵੇਖੋ ਅਕਾਲੀਆਂ ਨੇ ਵੀ ਸਾਡੇ ਨਾਲ ਮਤਲਬ ਕਿ ਅਲਾਇੰਸ ਦਾ ਰਿਸ਼ਤਾ ਨਿਭਾਇਆ। ਇਸ ਤੋਂ ਇਲਾਵਾ ਇਹਨਾਂ ਦੀ ਜਿਹੜੀ ਕੋਸ਼ਿਸ਼ ਸੀਗੀ ਖੇਤੀ ਬਿੱਲਾਂ ਤੇ ਕਿ ਇਹਨਾਂ ਨੇ ਵੀ ਹਮਾਇਤ ਵਾਪਸ ਲਈ ਉਸ ਅਲਾਇੰਸ ਦੇ ਵਿੱਚੋਂ। ਫਿਰ ਇਸ ਤੋਂ ਇਲਾਵਾ ਨਾਲ ਉਹਨਾਂ ਨੇ ਕਿਹਾ ਕਿ ਖੇਤਰੀ ਪਾਰਟੀ ਹੈ ਔਰ ਜੇ ਹਿੰਦੂਆਂ ਨੂੰ ਨਾਲ ਲੈ ਕੇ ਚੱਲਦੀ ਆ ਤੇ ਕਿਉਂ ਨਹੀਂ ਜਾਵਾਂਗੇ, ਕਿਉਂਕਿ ਸਾਡੇ ਵਰਕਰਾਂ ਦੀ ਰਾਏ ਆ ਕਿ ਅਸੀਂ ਅਕਾਲੀ ਦਲ 'ਚ ਜਾਈਏ। ਤਾਂ ਇਹ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕਿੰਨੀ ਠੋਸ ਵਜ੍ਹਾ ਹੈ। ਜੀ ਜੀ, ਕਿੰਨੀ ਠੋਸ ਵਜ੍ਹਾ ਹੈ ਕਿ 20 ਅਗਸਤ ਦੁਪਹਿਰ 3 ਵਜੇ ਦਾ ਟਾਈਮ ਹੋਏਗਾ। ਜੋਸ਼ੀ ਦੁਬਾਰਾ ਉਹਨਾਂ ਹੀ ਸਾਥੀਆਂ ਦੇ ਨਾਲ ਜਾ ਮਿਲੇਗਾ ਜਿਨ੍ਹਾਂ ਸਾਥੀਆਂ ਨੇ ਕਦੇ ਇਹਦਾ ਭਰਾ ਵੀ ਫੜਕਾਇਆ ਸੀ ਚੰਗਾ ਫੜ ਕੇ ਉੱਥੇ ਮਾਝੇ ਦੇ ਵਿੱਚ, ਤੇ ਫਿਰ ਬਾਅਦ 'ਚ ਰੌਲਾ ਵੀ ਪਿਆ ਤੇ ਦੋਨਾਂ ਧਿਰਾਂ ਦਾ ਬਾਅਦ 'ਚ ਰਾਜੀਨਾਮਾ ਵੀ ਹੋ ਗਿਆ। ਮਤਲਬ ਕਿ ਸਾਡਾ ਰਾਜਨੀਤੀ 'ਚ ਹੁੰਦਾ ਹੀ ਆ ਕਿ ਸਭ ਕੁਛ ਹੋ ਕੇ ਤੇ ਫਿਰ ਆਮ ਵਰਗੀ ਸਥਿਤੀ ਬਣ ਜਾਂਦੀ ਹੈ। ਪਰ ਜੋਸ਼ੀ ਹੁਣ ਕਰਦਾ ਵੀ ਕਿ ਦੇਖੋ ਗੱਲ ਇਹ ਆ ਕਿ ਠੀਕ ਆ, ਤੁਸੀਂ ਜਿੱਦਾਂ ਕਿਹਾ ਕਿ ਚਲੋ ਜੇ ਕੋਈ ਬੋਲਦਾ ਤੇ ਅੱਛੀ ਗੱਲ ਆ। ਬੋਲਣਾ ਕਈ ਵਾਰ ਮਜਬੂਰੀ ਵੀ ਬਣ ਜਾਂਦੀ ਹੈ ਕਿਉਂਕਿ ਸਿਆਸਤਦਾਨ ਨੇ ਸਿਆਸਤ ਵੀ ਕਰਨੀ ਹੈ। ਬਿਲਕੁਲ, ਇਹਨੂੰ ਪਤਾ ਹੈ ਕਿਉਂਕਿ ਪਿੰਡ ਦੇ ਵਿੱਚੋਂ ਤਾਂ ਗਏ ਨਹੀਂ ਇਹ, ਤਰਨਤਾਰਨ ਦੇ ਲਾਗੇ ਪਿੰਡ ਸੀ ਨਾ ਇਹਨਾਂ ਦਾ, ਤੇ ਇਹ ਪਿੰਡ ਦੇ ਵਿੱਚੋਂ ਫਿਰ ਇਹਨਾਂ ਨੂੰ ਪਤਾ ਕਿ ਪਿੰਡਾਂ 'ਚ ਵੜ ਕੇ ਵੋਟ ਅਸੀਂ ਕਿਸ ਤਰ੍ਹਾਂ ਲੈ ਸਕਦੇ ਹਾਂ। ਏਦਾਂ ਹੁਣ ਮਤਲਬ ਕਿ ਭਾਜਪਾ 'ਚ ਰਹਿ ਕੇ ਅਸੀਂ ਜੇ ਗੱਲ ਵੀ ਕਰੀ ਚੱਲੀਏ ਤਾਂ ਵੀ ਲੋਕਾਂ ਨੇ ਵੋਟ ਨਹੀਂ ਦੇਣੀ। ਸੋ ਇਸ ਕਰਕੇ ਪਲੇਟਫਾਰਮ ਚਾਹੀਦਾ ਸੀਗਾ। ਉਦੋਂ ਵੀ ਜਦੋਂ ਸਿਆਪੇ ਲੱਗੇ ਉਸ ਵੇਲੇ ਵੀ ਆਪਾਂ ਕਿਹਾ ਸੀਗਾ ਕਿ ਆਮ ਆਦਮੀ ਪਾਰਟੀ 'ਚੋਂ ਨਹੀਂ ਜਾ ਸਕਦਾ ਕਿਉਂਕਿ ਇਹਦਾ ਸਿਆਸੀ ਸ਼ਰੀਕ ਕੁੰਵਰ ਵਿਜੇ ਪ੍ਰਤਾਪ ਸਿੰਘ ਉੱਧਰ ਚੱਲ ਗਿਆ ਵਾ ਤੇ ਅੰਮ੍ਰਿਤਸਰ ਤੋਂ ਹੀ ਉਹ ਆ, ਤੇ ਉੱਥੋਂ ਹੀ ਜਿੱਥੋਂ ਇਹ ਇਲੈਕਸ਼ਨ ਲੜਨ ਦੀ ਚਾਹਨਾ ਰੱਖਦਾ ਉੱਥੋਂ ਹੀ ਉਹ ਪ੍ਰਚਾਰ ਸ਼ੁਰੂ ਕਰ ਚੁੱਕਾ ਵਾ। ਦੂਜੀ ਗੱਲ, ਕਾਂਗਰਸ ਦੇ ਵਿੱਚ ਹੁਣ ਉੱਥੇ ਸਿੱਧੂ ਦਾ ਇੱਕ ਤਰ੍ਹਾਂ ਨਾਲ ਕਹਿ ਲਓ ਇਕਬਾਲ ਬੁਲੰਦ ਆ, ਤੇ ਸਿੱਧੂ ਦੇ ਨਾਲ ਵੀ ਛੱਤੀ ਰਾਮ ਖੜਾ ਹੈ, ਕਿਸੇ ਟਾਈਮ ਮਿੱਤਰ ਸਨ। ਸੋ ਇਸ ਕਰਕੇ ਲੈ ਦੇ ਕੇ ਦੋ ਹੀ ਆਪਸ਼ਨ ਬਚਦੇ ਸੀਗੇ ਕਿ ਜਾਂ ਤੇ ਆਜ਼ਾਦਾਨਾ ਢੰਗ ਦੇ ਨਾਲ ਤੁਸੀਂ ਜਾਓ ਕਿ ਵੋਟ ਮੰਗੋ। ਵੈਸੇ ਐਤਕੀ ਆਜ਼ਾਦ ਦਾ ਵੀ ਭਾਈ ਪੂਰਾ ਮੈਨੂੰ ਤੇ ਲੱਗਦਾ ਕਿ ਪੂਰਾ ਸਕੋਪ ਹੋਏਗਾ ਆਜ਼ਾਦ ਉਮੀਦਵਾਰਾਂ ਦਾ। ਬਿਲਕੁਲ, ਇਲੈਕਸ਼ਨ ਹੋਏਗਾ ਨਾ, ਮੇਰਾ ਮੰਨਣਾ ਕਿ ਦਰਜਨ ਤੋਂ ਵੱਧ ਆਜ਼ਾਦ ਵਿਧਾਇਕਾਂ ਦੀ ਕਿਸਮਤ ਖੁੱਲ ਸਕਦੀ ਆ। ਬਿਲਕੁਲ ਬਿਲਕੁਲ ਬਿਲਕੁਲ, ਕਿਉਂਕਿ ਵੋਟ ਵੰਡੀ ਜਾਣੀ ਆ ਤੇ ਜਿਨ੍ਹਾਂ ਦਾ ਆਪਣਾ ਰਸੂਖ ਹੋਏਗਾ ਉਹ ਥੋੜੀ ਬਹੁਤੀ ਵੋਟ ਲੈ ਕੇ ਤੇ ਬਾਜੀ ਮਾਰ ਸਕਦੇ ਜਾਂ ਬਾਜੀ ਬਹੁਤ ਹੱਦ ਤੱਕ ਪਲਟ ਸਕਦੇ ਨੇ। ਦੂਜੇ ਨੰਬਰ ਤੇ ਫਿਰ ਇਹੀ ਆਪਸ਼ਨ ਸੀਗਾ ਕਿ ਤੁਸੀਂ ਅਕਾਲੀਆਂ 'ਚ ਚੱਲ ਜਾਓ, ਉਹਨਾਂ ਦੇ ਨਾਲ ਤੁਹਾਡਾ ਬੈਠਣਾ ਉੱਠਣਾ ਵੀ ਆ, ਪਿੰਡੂ ਪਿਛੋਕੜ ਵੀ ਆ, ਚੰਗੇ ਉੱਥੇ ਦੋਸਤ ਮਿੱਤਰ ਤੁਹਾਡੇ ਹੈਗੇ ਆ। ਤਾਂ ਫਿਰ ਹੁਣ ਜ਼ਾਰਾ ਦੀ ਗੱਲ ਆ ਕਿ ਦੇਖੋ ਜਾਣਾ ਹੀ ਪਏਗਾ ਕਿਉਂਕਿ ਗੱਲ ਇਹ ਆ ਕਿ ਇਹਨੂੰ ਦਲੀਲ ਵੀ ਕੀਤਾ ਗਿਆ ਜੋਸ਼ੀ ਨੂੰ ਭਾਜਪਾ ਬੰਨਿਓ। ਹਾਲਾਂਕਿ ਮੇਰਾ ਮੰਨਣਾ ਕਿ ਜੇਤੇ ਜ਼ਮੀਰ ਦੀ ਆਵਾਜ਼ ਸੁਣਦੇ ਤਾਂ ਉਦੋਂ ਹੀ ਸੁਣਦੇ ਜਦ ਕਿਸਾਨ ਜਿਹੜੇ ਸੀਗੇ ਉਹ ਸੜਕ ਤੇ ਆਏ ਤੇ ਮਰਨੇ ਸਟਾਰਟ ਹੋ ਗਏ। ਜਦੋਂ ਉਹਨਾਂ ਨੇ ਸੰਘਰਸ਼ ਸ਼ੁਰੂ ਕੀਤਾ ਬਹੁਤ ਦੇਰ ਨਾਲ ਸ਼ਾਇਦ ਇਹਨਾਂ ਨੂੰ ਸਮਝ ਲੱਗੀ, ਪਰੰਤੂ ਜਲੀਲ ਬਹੁਤ ਹੋਏ ਉਸ ਤੋਂ ਬਾਅਦ ਜਦੋਂ ਬੋਲੇ, ਕਿਉਂਕਿ ਰਾਜਨੀਤੀ ਦੀ ਜ਼ਰੂਰਤ ਹੁੰਦੀ ਹੈ ਨਾ ਕਈ ਵਾਰ ਕਿ ਤੁਹਾਨੂੰ ਬੋਲਣਾ ਪਏਗਾ। ਜਾਂ ਮੈਂ ਜਿਵੇਂ ਕਿਹਾ ਕਿ ਇਹਨਾਂ ਨੂੰ ਮਹਿਸੂਸ ਹੋਇਆ ਕਿ ਇਸ ਤਰ੍ਹਾਂ ਹੁਣ ਭਾਜਪਾ 'ਚ ਰਹਿ ਕੇ ਗੱਲ ਨਹੀਂ ਬਣਨੀ ਜੇ ਰਾਜਨੀਤੀ ਅੱਗੇ ਤੋੜਨੀ ਆ ਤਾਂ
ਬਿਲਕੁਲ ਇਹਨਾਂ ਨੇ ਚਲੋ ਜਦੋਂ ਠੀਕ ਹੈ ਗੱਲ ਕਹਿ ਦਿੱਤੀ, ਚਲੋ ਜੋ ਵੀ ਗੁੱਡ ਐਂਡ ਵੈਲ ਹੈ ਤੇ ਜਿਸ ਤਰੀਕੇ ਨਾਲ ਚਲੋ ਦੇਰ ਆਏ ਦਰੁਸਤ ਆਏ, ਪਰੰਤੂ ਉਸ ਤੋਂ ਬਾਅਦ ਹੋਇਆ ਕੀ ਸੀਗਾ ਕਿ ਮਦਨ ਮੋਹਨ ਮਿੱਤਲ ਇੱਕ ਬਜ਼ੁਰਗ ਆਗੂ ਨੇ ਇਹਨਾਂ ਦੇ, ਹਾਂ ਉਹਨਾਂ ਦੀ ਡਿਊਟੀ ਲੱਗੀ ਸੀ ਕਿ ਜੋਸ਼ੀ ਨੂੰ ਤੁਸੀਂ ਮਨਾਓ, ਚਲੋ ਕੋਈ ਗੱਲ ਨਹੀਂ ਹੈ, ਜੋ ਗੱਲਬਾਤ ਹੋ ਗਈ ਉਦੋਂ ਤੱਕ ਇਹ ਆਪਣੇ ਬੋਲ ਬਚਨ ਜਿਹੜੇ ਪ੍ਰਵਚਨ ਸੀਗੇ ਬੋਲ ਚੁੱਕੇ ਸੀ ਜੀ ਜੀ। ਤਾਂ ਉਸ ਤੋਂ ਬਾਅਦ ਹੋਇਆ ਕਿ ਡਿਊਟੀ ਲੱਗੀ, ਮਦਨ ਮੋਹਨ ਮਿੱਤਲ ਜੀ ਨੇ ਇਹਨਾਂ ਨੂੰ ਯਕੀਨ ਦਵਾਇਆ ਸੀਗਾ ਕਿ ਭਾਈ ਦੇਖੋ ਤੁਹਾਨੂੰ ਮਤਲਬ ਕਿ ਕੋਈ ਇਸ ਤਰ੍ਹਾਂ ਦਾ ਬਿਆਨ ਦੇ ਕੇ ਦਲੀਲ ਨਹੀਂ ਕਰੇਗਾ, ਪਰ ਉਹ ਕਹਿੰਦੇ ਕਿ ਉਹ ਜਲੰਧਰ ਦੇ ਇੱਕ ਵੱਡੇ ਆਗੂ ਨੇ ਉਦੋਂ ਹੀ ਬਿਆਨ ਦਿੱਤਾ ਸੀਗਾ ਜੋਸ਼ੀ ਦੇ ਖਿਲਾਫ ਬੜਾ ਤਗੜਾ, ਤੇ ਉਸ ਤੋਂ ਬਾਅਦ ਫਿਰ ਤਕਰੀਬਨ ਇਹ ਤੈਅ ਸੀਗਾ ਕਿ ਹੁਣ ਭਾਈ ਇੱਥੇ ਰਹਿਣ ਦਾ ਕੋਈ ਫਾਇਦਾ ਨਹੀਂ ਹੈ, ਜਲਾਲਤ ਦੇ ਨਾਲੋਂ ਚੰਗਾ ਕਿ ਆਪਣਾ ਰਸਤਾ ਜਿਹੜਾ ਉਹ ਅਲੱਗ ਤੋਂ ਤਿਆਰ ਕੀਤਾ ਜਾਵੇ। ਸੋ ਉਹਨਾਂ ਨੇ ਆਪਣਾ ਰਸਤਾ ਤਿਆਰ ਕਰ ਲਿਆ, ਗੱਡੀ ਸੈਲਫ ਮਾਰ ਕੇ ਕਦੋਂ ਤੋਰਦੇ ਇੱਧਰ ਨੂੰ ਦਿੱਤੀ ਜਾਊਗੀ। ਜੋਸ਼ੀ ਜਾ ਸਕਦਾ ਹੈ ਅਕਾਲੀ ਦਲ 'ਚ, ਇਹ ਖਬਰ ਵੱਡੀ। ਉਦੋਂ ਬਾਅਦ ਇੱਕ ਖਬਰ ਹੋਰ ਹੈ ਕਿ ਵੈਸੇ ਗੱਲ ਕੀਤੀ ਪਰ ਤੁਹਾਡਾ ਵੀ ਨਜ਼ਰੇ ਲੈਣਾ ਚਾਹੁੰਦੇ, ਸੁਪਰੀਮ ਕੋਰਟ ਦੇ ਬਾਹਰ ਆਤਮਦਾਹ ਦਾ ਯਤਨ ਕਰਨ ਵਾਲੇ ਜੋੜੀ ਦੀ ਕਹਾਣੀ ਜਿਹੜੀ ਹੈ ਉਹ ਸਾਹਮਣੇ ਆਈ ਹੈ, ਕੀ ਕਹਿਣਾ ਚਾਹੋਗੇ ਇਹਦੇ ਬਾਰੇ? ਹਾਂਜੀ ਨਹੀਂ ਦੇਖੋ ਗੱਲ ਕੀ ਹੈ ਕਿ ਜੋ ਕਹਾਣੀ ਹੈ ਉਹ ਵਾਕਿਆ ਬਹੁਤ ਹੈਰਾਨ ਕਰਨ ਵਾਲੀ ਹੈ। ਦਰਅਸਲ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਆਤਮਦਾਹ ਦਾ ਯਤਨ ਹੋਇਆ, ਹਾਲਾਂਕਿ ਬਚਾਉਣ ਦਾ ਤਹਫ਼ ਕੀਤਾ ਗਿਆ ਪਰ ਬਹੁਤ ਜ਼ਿਆਦਾ ਝੁਲਸ ਗਈ, ਜਿਹੜੀ ਕੁੜੀ ਹੈ 85% ਬਚਣ ਦੀ ਉਮੀਦ ਬਹੁਤ ਘੱਟ ਹੋ ਜਾਂਦੀ ਹੈ ਜਦੋਂ 85% ਬਦਨ ਜਿਹੜੀ ਚੱਲ ਜਾਂਦਾ ਹੈ। ਤਾਂ ਦੂਸਰੇ ਪਾਸੇ ਜਿਹੜਾ ਮੁੰਡਾ ਸੀਗਾ ਉਹ ਮੇਰੇ ਖਿਆਲ ਦੇ ਨਾਲ 60% ਜਲਿਆ ਵਾ ਸੜਿਆ ਵਾ, ਤਾਂ ਉਹਦੀ ਉਮੀਦ ਹੈ ਥੋੜੀ ਬਹੁਤੀ। ਪਰ ਜਿਸ ਤਰ੍ਹਾਂ ਫੇਸਬੁੱਕ ਤੇ ਉਹ ਲਾਈਵ ਹੋਈ ਆ ਕੁੜੀ, ਪਹਿਲਾਂ ਜਿਸ ਤਰ੍ਹਾਂ ਉਹਨੇ ਸਾਰੀ ਕਹਾਣੀ ਦੱਸੀ ਹੈ, ਤਾਂ ਫਿਰ ਜਿਗਿਆਸਾ ਵੀ ਬਣੀ ਕਿ ਜਾ ਕੇ ਉਹ ਕਹਾਣੀ ਯੂਪੀ ਦੇ ਪੁਰਾਣੇ ਅਖਬਾਰਾਂ ਚੋਂ ਲੱਭੀ ਆ ਜਾ ਕੇ। ਜੋ ਕਹਾਣੀ ਕੀ ਆ, ਕਹਾਣੀ ਇਹ ਆ ਕਿ ਇਸ ਕੁੜੀ ਨੇ ਜਿਹੜਾ ਘੌਂਸੀ ਤੋਂ ਸੰਸਦ ਮੈਂਬਰ ਆ ਅਤੁਲ ਰਾਏ, ਉਹਦੇ ਖਿਲਾਫ ਦੋਸ਼ ਲਾਏ ਸਨ ਕਿ ਇਹਨੇ ਆਪਣੇ ਘਰੇ ਬੁਲਾਇਆ ਸੀ ਕਿਸੇ ਕੰਮ ਕਰਨ ਨੂੰ ਔਰ ਉਸ ਤੋਂ ਬਾਅਦ ਇਹਨੇ ਰੇਪ ਕੀਤਾ ਮੇਰੇ ਨਾਲ। ਤਾਂ ਇੱਥੋਂ ਕਹਾਣੀ ਸਟਾਰਟ ਹੁੰਦੀ ਹੈ, ਪਰ ਇਹਦੇ ਵਿੱਚ ਕਹਿ ਲਓ ਕਿ ਦੁਖਾਂਤਕ ਪਹਿਲੂ ਜਿਹੜਾ ਸ਼ੁਰੂ ਹੁੰਦਾ ਹੈ ਉਹ ਇਉਂ ਹੈ ਕਿ ਇਸ ਕੁੜੀ ਨੂੰ ਕੋਰਟ ਕੰਪਲੈਕਸ ਦੇ ਵਿੱਚ ਹੀ ਕੁੱਟਿਆ ਗਿਆ, ਬਾਅਦ ਚ ਕੁੱਟਿਆ ਗਿਆ। ਜਿਹੜੇ ਗਵਾਹ ਵੀ ਕੁਝ ਮਤਲਬ ਕਿ ਨਾਲ ਜਾਂਦੇ ਵੀ ਹੁੰਦੇ ਆ ਬੰਦੇ ਇੱਕ ਦੋ ਕਈ ਵਾਰ, ਤਾਂ ਉਹਨਾਂ ਨੂੰ ਵੀ ਉੱਥੇ ਬੁਰੀ ਤਰ੍ਹਾਂ ਕੁੱਟਿਆ ਮਾਰਿਆ ਗਿਆ। ਫਿਰ ਇਹ ਕੁੜੀ ਸੁਪਰੀਮ ਕੋਰਟ ਆ ਗਈ ਸੀਗੀ 2020 ਦੇ ਵਿੱਚ ਸ਼ਾਇਦ, ਜਾਂ 2021 ਦੇ ਵਿੱਚ। ਇਹ ਘਟਨਾ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ 2020 ਦੀ ਆ, ਸ਼ਾਇਦ 18 ਦਸੰਬਰ 2020 ਦੀ ਜਿਹੜੀ ਕੁੱਟਮਾਰ ਹੁੰਦੀ ਆ। ਉਸ ਤੋਂ ਬਾਅਦ ਇਹ ਕੁੜੀ ਸੁਪਰੀਮ ਕੋਰਟ ਆ ਜਾਂਦੀ ਹੈ ਆਪਣੀ ਪਟੀਸ਼ਨ ਲੈ ਕੇ ਕਿ ਤੁਸੀਂ ਕਿਰਪਾ ਕਰਕੇ, ਮੇਰੀ ਜਾਨ ਨੂੰ ਖਤਰਾ ਹੈ, ਮੈਨੂੰ ਥ੍ਰੈਟਨ ਕੀਤਾ ਜਾ ਰਿਹਾ ਵਾ, ਸਾਡੇ ਤੇ ਹਮਲੇ ਹੋ ਰਹੇ ਆ, ਕਿ ਜਿਹੜਾ ਕੇਸ ਆ ਯੂਪੀ ਤੋਂ ਯਾਨੀ ਪ੍ਰਯਾਗਰਾਜ ਜਿਹਨੂੰ ਇਲਾਹਾਬਾਦ ਦੇ ਨਾਂ ਨਾਲ ਪਹਿਲਾਂ ਆਪਾਂ ਜਾਣਦੇ ਸੀਗੇ, ਕਿ ਉੱਥੋਂ ਟ੍ਰਾਂਸਫਰ ਕਰ ਦਿੱਤਾ ਜਾਵੇ ਦਿੱਲੀ। ਤਾਂ ਉਸ ਤੋਂ ਬਾਅਦ ਕੀ ਹੋਇਆ ਕਿ ਨਾ ਤਾਂ ਉਹ ਮਾਮਲਾ ਨਿਬੜ ਰਿਹਾ ਸੀਗਾ ਔਰ ਨਾ ਹੀ ਜਿਹੜਾ ਟ੍ਰਾਇਲ ਸੀਗਾ ਥੱਲੇ, ਕਿਉਂਕਿ ਸੁਪਰੀਮ ਕੋਰਟ ਦਾ ਸਟੇ ਹੋ ਗਿਆ, ਤਾਂ ਜਿਹੜਾ ਥੱਲੇ ਹੇਠਲੀ ਕੋਰਟ ਦੇ ਵਿੱਚ ਟ੍ਰਾਇਲ ਚੱਲਦਾ ਵਾ ਉਹਨੂੰ ਰੋਕ ਦਿੱਤਾ ਜਾਵੇ। ਤਾਂ ਉਸ ਤੋਂ ਬਾਅਦ ਇਸ ਕੁੜੀ ਤੇ ਇੱਕ ਮਾਮਲਾ ਵੀ ਦਰਜ ਹੋ ਗਿਆ ਧੋਖਾਧੜੀ ਦਾ। 2 ਅਗਸਤ ਨੂੰ ਇਹਦੇ ਗੈਰ ਜ਼ਮਾਨਤੀ ਵਾਰੰਟ ਨਿਕਲ ਆਏ। ਮਤਲਬ ਕਿ ਗੈਰ ਜ਼ਮਾਨਤੀ ਵਾਰੰਟ ਦਾ ਭਾਵ ਇਹ ਹੈ ਕਿ ਜਾਂ ਤਾਂ ਤੁਸੀਂ ਬੇਲ ਹਾਸਲ ਕਰ ਲਓ, ਪਹਿਲੀ ਗੱਲ ਤਾਂ ਬੇਲ ਹਾਸਲ ਨਹੀਂ ਹੋਏਗੀ, ਉਸ ਤੇ ਜਾ ਕੇ ਅਪੀਲ ਕਰ ਲਓ ਉਹਨਾਂ ਵਾਰੰਟਾਂ ਦੇ ਖਿਲਾਫ, ਅਦਰਵਾਈਜ਼ ਤੁਹਾਡੀ ਅਰੈਸਟ ਹੋ ਜਾਏਗੀ। ਸੋ ਇਸ ਕਰਕੇ ਜਿਹੜੇ ਹਾਲਾਤ ਬਣੇ ਉਸ ਪੀੜਤਾ ਦੇ ਸਾਹਮਣੇ, ਉਹ ਐਸੇ ਹਾਲਾਤ ਨੇ ਕਿ ਜਿਹਦੇ ਵਿੱਚ ਅਤੁਲ ਰਾਏ ਦੀ ਭੂਮਿਕਾ ਜਿਹੜੀ ਹੈ ਉਹ ਬਹੁਤ ਵੱਡੇ ਪੱਧਰ ਤੇ ਨਜ਼ਰ ਆ ਰਹੀ ਹੈ। ਕਿਉਂਕਿ ਮੈਂਬਰ ਪਾਰਲੀਮੈਂਟ ਸੀ, ਉਹਦੇ ਨਾਲ ਮੱਥਾ ਲੱਗਾ, ਉਹ ਗ੍ਰਿਫਤਾਰ ਹੋ ਗਿਆ। ਪਰੰਤੂ ਇਹੀ ਹੁੰਦਾ ਹੈ ਕਿ ਜਦੋਂ ਪਾਵਰਫੁਲ ਬੰਦਾ ਤੁਹਾਡੇ ਉਲਟ ਖਲੋਤਾ ਹੋਵੇ, ਕੁਝ ਵੀ ਹੋ ਸਕਦਾ। ਤੇ ਅਤੁਲ ਰਾਏ ਉਹ ਸ਼ਖਸ ਆ ਜਿਹੜਾ ਯੂਪੀ ਗਵਰਨਮੈਂਟ ਲਈ ਕਹਿ ਲਓ ਕਿਤੇ ਨਾ ਕਿਤੇ ਹੈ ਤੇ ਬਹੁਜਨ ਸਮਾਜ ਪਾਰਟੀ ਬਣੀ ਹੋਆ ਕਿਉਂਕਿ ਤੋਂ ਜਿਹੜਾ ਮੈਂਬਰ ਪਾਰਲੀਮੈਂਟ ਆ। ਪਰ ਜੇ ਤੁਸੀਂ ਦੇਖੋਗੇ ਮੁਖਤਾਰ ਅੰਸਾਰੀ ਨੂੰ ਜਦੋਂ ਬਾਂਦਾ ਜੇਲ੍ਹ 'ਚ ਬੰਦ ਕੀਤਾ ਗਿਆ, ਮੈਨੂੰ ਜਿੰਨਾ ਕੁ ਯਾਦ ਆ, ਉਹ ਕਿਤੇ ਨਾ ਕਿਤੇ ਬਾਂਦਾ ਜੇਲ੍ਹ ਦੇ ਵਿੱਚ ਉਹਦੀ ਜਿਹੜੀ ਚਾਲੀ ਸੀ ਉਹ ਇਸ ਕਰਕੇ ਪਾਈ ਗਈ ਕਿਉਂਕਿ ਇਸ ਬੰਦੇ ਨੇ ਦੋਸ਼ ਲਾਏ ਸੀ ਕਿ ਮੁਖਤਾਰ ਅੰਸਾਰੀ ਮੈਨੂੰ ਮਰਵਾਉਣ ਨੂੰ ਫਿਰਦਾ। ਮਤਲਬ ਕਿ ਯੂਪੀ ਸਰਕਾਰ ਜਿੱਥੇ ਚਾਹੁੰਦੀ ਸੀ ਉਹਨੂੰ ਬੰਦ ਕਰਨਾ, ਉਹਦੀ ਵਜ੍ਹਾ ਅਤੁਲ ਰਾਏ ਨੇ ਦਿੱਤੀ।
ਕਿ ਇਹ ਮੇਰੇ ਲਈ ਖਤਰਾ, ਤਾਂ ਉਸ ਤੋਂ ਬਾਅਦ ਉਹਨੂੰ ਇੱਥੋਂ ਪੰਜਾਬ 'ਚੋਂ ਖੜ ਕੇ ਉਹਨਾਂ ਨੇ ਬਾਂਦਾ ਜੇਲ੍ਹ 'ਚ ਬੰਦ ਕੀਤਾ ਸੀਗਾ। ਸੋ ਆਹ ਹਾਲਾਤ ਨੇ। ਸੋ ਇਹ ਕਹਾਣੀ ਆ ਕਿ ਕਿਸ ਤਰੀਕੇ ਦੇ ਨਾਲ ਜੁਡੀਸ਼ਰੀ ਦੇ ਵਿੱਚ ਜਾਂ ਪਾਵਰ ਦੇ ਵਿੱਚ ਜੋ ਹਾਲਤ ਇੱਕ ਮਜ਼ਲੂਮ ਦੀ ਹੁੰਦੀ ਆ, ਇੱਕ ਗਰੀਬ ਦੀ ਹੁੰਦੀ ਆ, ਇੱਕ ਜਾਂ ਕਹਿ ਲਓ ਕਿ ਛੋਟੇ ਇਨਸਾਨ ਦੀ ਹੁੰਦੀ ਆ, ਉਹਦੀ ਇਹ ਕਹਾਣੀ ਆ, ਉਹਦੀ ਇਹ ਦਾਸਤਾਨ ਹੈ। ਜੀ ਦੋਸਤੋ, ਤੁਸੀਂ ਸੁਣਦੇ ਦੇਖਦੇ ਜਾ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਕੇਂਦਰ ਨੇ ਦੋ ਟੁੱਕ ਜਵਾਬ ਦਿੱਤਾ ਹੈ ਭਈ ਤੇਲ ਤੂਲ ਦੀ ਕੀਮਤ ਨਹੀਂ ਘਟਣੀ, ਨਹੀਂ ਘਟੇਗਾ ਤੇਲ ਦਾ ਰੇਟ। ਉਮੀਦਾਂ ਨੂੰ ਝਟਕਾ ਤੇ ਵੱਡੇ ਵੱਡੇ ਉਹ ਮਹਾਰਥੀ ਕਿੱਥੇ ਆ ਜਿਹੜੇ ਬੜਾ ਹਾਲ ਪਾਰਿਆ ਕਰਦੇ ਹੁੰਦੇ ਸੀ ਜਦੋਂ ਪਹਿਲਾਂ ਤੇਲ ਦੀਆਂ ਕੀਮਤਾਂ ਵਧਦੀਆਂ ਸੀ। ਚਲੋ ਉਹਨਾਂ ਨੂੰ ਦਫਾ ਕਰੋ। ਇਹਨਾਂ ਨੇ ਦੋ ਟੁੱਕ ਨੇ, ਮੈਂ ਕਹਿੰਦਾ ਕਿ ਲੋਕਾਂ ਦੇ ਟੁੱਕ ਨੂੰ ਕਿਤੇ ਨਾ ਕਿਤੇ ਝਟਕਾ ਦਿੱਤਾ ਆਉਣ ਵਾਲੇ ਸਮੇਂ ਦੇ ਵਿੱਚ। ਗੱਲ ਇਹ ਆ ਕਿ ਦੇਖੋ ਇੱਥੇ ਹੁਣ ਜਿਹੜਾ ਪੈਟਰੋਲ ਆ, ਜਿਹੜਾ ਮੇਰੇ ਖਿਆਲ ਦੇ ਨਾਲ ਜੇ ਦੇਖੀਏ ਤੇ 90-91 ਦੇ ਵਿੱਚ 10 ਰੁਪਏ 8 ਰੁਪਏ ਤੇਲ ਹੁੰਦਾ ਸੀ, 10 ਰੁਪਏ। ਅਸੀਂ ਖੁਦ ਸਕੂਟਰਾਂ 'ਚ 5-10 ਰੁਪਏ ਦਾ ਤੇਲ ਪਾਉਂਦੇ ਰਹੇ ਹਾਂ ਤੇ ਬੜਾ ਮਤਲਬ ਕਿ ਮੌਜ ਮੇਲਾ ਕਰ ਲਈਦਾ ਸੀਗਾ ਲੀਟਰ ਤੇਲ ਦੇ ਨਾਲ। ਤੇ ਹੁਣ ਤੁਸੀਂ ਦੇਖ ਲਓ ਕਿ ਉਹੀ ਤੇਲ ਜਿਹੜਾ ਵਾ ਅੱਜ ਇੰਡੀਆ ਦੇ ਕਈ ਸ਼ਹਿਰਾਂ ਦੇ ਵਿੱਚ ਉਹ 105, 7 ਜਾਂ 3 ਨੂੰ ਵਿਕ ਰਿਹਾ ਸੀ। ਇਹਨਾਂ ਨੂੰ ਕਿ ਮੈਂ ਇੱਥੋਂ ਪਾ ਕੇ ਲਿਆਉਣਾ ਆਪਦੇ ਲਾਗੇ ਪੈਟਰੋਲ ਪੰਪ ਤੋਂ 103 ਤੇ ਇੱਥੇ ਹੋਇਆ ਪਿਆ। ਤਾਂ ਕਈ ਸ਼ਹਿਰਾਂ ਦੇ ਵਿੱਚ 105 ਜਾਂ 7 ਆ। ਹਿਸਾਬ ਲਾ ਲਓ ਕਿ ਤੇਲ ਕਿੰਨਾ ਜ਼ਿਆਦਾ ਵਧਿਆ ਹੈ। ਇੱਕ ਮੋਟਾ ਜਿਹਾ ਅੰਦਾਜ਼ਾ ਕਿ 90 ਦੇ ਦਹਾਕੇ 'ਚ ਜਿਨ੍ਹਾਂ ਨੇ ਕਾਲਜ ਜਿਹੜੀਆਂ ਲਾਈਆਂ ਨੇ ਉਸ ਸਮੇਂ ਸਕੂਟਰ ਚਲਾਏ ਨੇ, ਮੋਟਰਸਾਈਕਲ ਉਹ ਦਹਾਂ ਦਾ ਪਾਉਂਦੇ ਹੁੰਦੇ ਸੀ। ਹਾਂਜੀ, ਉਸ ਸਮੇਂ ਦੇ ਰੇਟ ਦਾ ਪਤਾ ਹੋਏਗਾ, ਯਾਦ ਆ ਜਾਏਗਾ। ਦਹਾਂ ਦਾ ਪਾਉਂਦੇ ਸੀ। ਹਾਂਜੀ, ਹੁਣ ਤੁਸੀਂ ਆਪ ਦੇਖ ਲਓ ਕਿ 103 ਰੁਪਏ ਇੱਕ ਮਜ਼ਦੂਰ ਦੀ ਦਿਹਾੜੀ ਜਿਹੜੀ ਆ 300 ਰੁਪਏ ਆ। ਤੇ ਅੱਜ ਕੱਲ ਆਮ ਤੌਰ ਤੇ ਮਜ਼ਦੂਰ ਮੋਟਰਸਾਈਕਲ ਵਰਤਦੇ ਆ। ਕਿਉਂ? ਕਿਉਂਕਿ ਉਸਾਰੀ ਦਾ ਕੰਮ ਇਹ ਤੇ ਹੁੰਦਾ ਨਹੀਂ ਕਿ ਇਕੱਲੇ ਹੁਣ ਪਿੰਡ ਪਿੰਡ ਚੱਲਦਾ ਹੈ। ਜੀ ਜੀ ਜੀ। ਪਿੰਡ 'ਚ ਕੋਠੀ ਪੈ ਗਈ, ਕੋਠੀ ਕਲਚਰ ਆ, ਕੰਮ ਘਟ ਗਿਆ, ਪਿੰਡ ਦੇ ਵਿੱਚ ਬੰਦ ਹੋ ਗਿਆ, ਤੁਹਾਨੂੰ ਲਾਗਲੇ ਸ਼ਹਿਰ 'ਚ ਜਾਣਾ ਪੈਂਦਾ ਹੈ। ਸ਼ਹਿਰ ਤੁਹਾਡਾ 15 ਕਿਲੋਮੀਟਰ ਆ, 30 ਕਿਲੋਮੀਟਰ ਦਾ ਅਪ ਡਾਊਨ ਆ। ਤੁਸੀਂ ਅੰਦਾਜ਼ਾ ਲਾ ਲਓ ਕਿ ਤਕਰੀਬਨ ਅੱਧਾ ਪੌਣਾ ਲੀਟਰ ਤੇਲ ਤੁਹਾਡੀ ਖਪਤ ਹੋਏਗੀ। ਮਤਲਬ ਕਿ ਤੁਹਾਡੇ 300 ਰੁਪਏ ਦਿਨ 'ਚੋਂ 300 ਰੁਪਏ ਡੇਲੀ ਮਜ਼ਦੂਰੀ ਦੇ ਵਿੱਚੋਂ ਇੱਕ ਹਿੱਸਾ ਜਿਹੜਾ ਉਹ ਤੇਲ ਦਾ ਅਪ ਡਾਊਨ ਹੀ ਚਲੇ ਗਿਆ। ਬਿਲਕੁਲ ਬਿਲਕੁਲ ਬਿਲਕੁਲ। ਇਹ ਹਾਲਤ ਹੈ ਆਮ ਬੰਦੇ ਦੀ। ਇਹ ਕਦੇ ਵੀ ਇਹਨਾਂ ਚੀਜ਼ਾਂ ਤੇ ਗੌਰ ਨਹੀਂ ਕਰੂਗੇ। ਹੁਣ ਤਾਈ ਨਿਰਮਲਾ ਸੀਤਾਰਮਨ ਕਹਿੰਦੀ ਕਿ ਸਾਰੇ ਕੰਡੇ UPA ਸਰਕਾਰ ਦੇ ਬੀਜੇ। ਮੈਂ ਕਹਿੰਦਾ ਨਹੀਂ, ਇਹ ਨਹਿਰੂ ਦਾ ਕਸੂਰ ਹੈ ਸਾਰਾ। ਤੁਸੀਂ ਨਹਿਰੂ ਨੂੰ ਜ਼ਿੰਮੇਵਾਰ ਠਹਿਰਾਓ ਸਗੋਂ, ਕਿਉਂਕਿ ਹਰੇਕ ਗੱਲ 'ਚ ਤੁਹਾਨੂੰ ਨਹਿਰੂ ਦਿਖਦਾ, ਤੁਹਾਨੂੰ ਕਾਂਗਰਸ ਦਿਖਦੀ ਹੈ। ਤੇ ਪਿਛਲੀ ਸਰਕਾਰ ਦੇ ਕੰਡੇ ਬੀਜੇ ਅਸੀਂ ਤੇਲ ਦੀਆਂ ਕੀਮਤਾਂ ਨਹੀਂ ਘਟਾ ਸਕਦੇ, ਤਾਂ ਮੇਰਾ ਮੰਨਣਾ ਕਿ ਤੁਸੀਂ ਨਹਿਰੂ ਨੂੰ ਕਹੋ, ਨਹਿਰੂ ਨੂੰ ਕੋਸੋ, ਨਹਿਰੂ ਨੂੰ ਗਾਲਾਂ ਕੱਢੋ ਕਿ ਨਹਿਰੂ ਜ਼ਿੰਮੇਵਾਰ ਹੈ ਜੀ। ਤੁਹਾਡੇ ਕੋਲ ਚੀਜ਼ਾਂ ਹੀ ਦੋ ਨੇ, ਨਹਿਰੂ ਜਾਂ ਕਾਂਗਰਸ। ਜੀ ਜੀ। ਤੇ ਇਹਨਾਂ ਨੇ ਕਿਹਾ ਕਿ ਦੇਖੋ ਜੀ, ਇਹਨਾਂ ਨੇ ਬੌਂਡ ਜਾਰੀ ਕੀਤੇ ਸੀਗੇ ਤੇਲ ਕੰਪਨੀਆਂ ਨੂੰ, ਉਦੋਂ ਬੌਂਡ ਜਾਰੀ ਕੀਤੇ ਮਤਲਬ ਕਿ ਤੇਲ ਦੀਆਂ ਕੀਮਤਾਂ ਘੱਟ ਕਰਨ ਵਾਸਤੇ। ਦੇਖੋ ਇਹ ਆਪ ਹੀ ਮੰਨ ਰਹੇ ਆ ਕਿ ਉਸ ਸਮੇਂ ਦੀ ਸਰਕਾਰ ਨੇ ਤੇਲ ਕੰਪਨੀਆਂ ਨੂੰ 1.44 ਲੱਖ ਕਰੋੜ 1,44,000 ਕਰੋੜ ਰੁਪਏ ਦੇ ਬੌਂਡ ਜਾਰੀ ਕਰ ਦਿੱਤੇ। ਤੇ ਇਹਨਾਂ ਬੌਂਡ ਦਾ ਬੋਝ ਜਿਹੜਾ ਮੋਦੀ ਸਰਕਾਰ ਤੇ ਆ ਗਿਆ। ਉਹਨਾਂ ਨੇ ਚਲੋ ਤਹਫ਼ੁਜ਼ ਤਾਂ ਕੀਤਾ ਨਾ, ਯਤਨ ਤਾਂ ਕੀਤਾ ਕਿ ਹਾਂ ਤੇਲ ਦੀਆਂ ਕੀਮਤਾਂ, ਕਿਉਂਕਿ ਉਸ ਟਾਈਮ ਤੇ ਤੁਸੀਂ ਇਹ ਦੱਸੋ ਨਾ ਕਿ ਤੇਲ ਦੀਆਂ ਕੀਮਤਾਂ ਕੀ ਸੀਗੀਆਂ। $109 ਪ੍ਰਤੀ ਬੈਰਲ, 159 ਲੀਟਰ ਹੁੰਦੇ ਨੇ ਬੈਰਲ ਦੇ ਵਿੱਚ। $109 ਨੂੰ ਤੇਲ ਸੀ ਉਸ ਟਾਈਮ, ਪਰ ਉਹਨਾਂ ਨੇ ਆਪਣੇ ਪੈਟਰੋਲ ਦੀ ਕੀਮਤ 80 ਤੋਂ ਉੱਤੇ ਨਹੀਂ ਜਾਣ ਦਿੱਤੀ। ਤੇ ਤੁਸੀਂ ਆ ਕੱਚੇ ਤੇਲ ਦੀ ਕੀਮਤ ਹੁਣ ਮੈਨੂੰ ਲੱਗਦਾ, ਮੇਰਾ ਅੰਦਾਜ਼ਾ ਆਇਆ ਤੇਲ ਦਾ ਰੇਟ ਅੱਜ ਦਾ ਤੁਸੀਂ ਚੈੱਕ ਕਰ ਲਿਓ, $70-72 ਹੋਣਾ ਹੈ। ਤੇ ਤੁਸੀਂ ਪਹੁੰਚਾਤਾ 107 ਤੇ। ਹੁਣ ਦੇਖੋ ਬੌਂਡ ਠੀਕ ਹੈ, ਉਹਨਾਂ ਨੇ 1,44,000 ਕਰੋੜ ਦੇ ਜਾਰੀ ਕੀਤੇ ਹੋਣਗੇ, ਤੁਹਾਡੇ ਤੇ ਬੋਝ ਆ ਗਿਆ, ਤੁਸੀਂ ਉਹਦਾ ਕੋਈ ਵਿਆਜ ਵੂਜ ਭਰਦੇ ਹੋਵੋਗੇ, ਕੋਈ ਚੱਕਰ ਨਹੀਂ ਹੈ। ਤੇ ਆਪਾਂ ਨੂੰ ਪਤਾ ਹੀ ਹੈ ਕਿ ਔਖੇ ਫਿਰ ਹੁੰਦਾ ਹੀ ਹੈ, ਸਰਕਾਰ ਵੱਲੋਂ ਇਹ ਕਰਜ਼ੇ ਮੋੜਨਾ ਥੋੜਾ ਜਿਹਾ ਔਖਾ ਹੋ ਜਾਂਦਾ। ਪਰੰਤੂ ਤੁਸੀਂ ਕਮਾਈ ਕਿੰਨੀ ਕਰ ਰਹੇ ਹੋ ਉਹ ਵੀ ਦੱਸ ਦਿਓ। ਬਿਲਕੁਲ। ਇੱਕ ਸਾਲ ਦੇ ਵਿੱਚ ਤੁਸੀਂ ਤਕਰੀਬਨ 5 ਲੱਖ ਕਰੋੜ ਰੁਪਈਆ ਕਮਾ ਰਹੇ ਹੋ ਤੇਲ ਦੀ ਟੈਕਸੇਸ਼ਨ ਤੋਂ। 5 ਲੱਖ ਕਰੋੜ ਰੁਪਈਆ, 5 ਲੱਖ ਕਰੋੜ ਰੁਪਈਆ ਤੁਸੀਂ ਲੋਕਾਂ ਦੇ ਸਿਰ ਤੋਂ ਕਮਾ ਕੇ, ਤੇ ਜੇ ਉਹਦੇ ਵਿੱਚ ਹੁਣ ਤੁਸੀਂ ਕਿੰਨੇ ਸਾਲ ਰਾਜ ਕਰ ਲਿਆ,
ਕਿੰਨੇ ਸਾਲ ਤੋਂ ਕਮਾਈ ਕਰ ਰਹੇ ਹੋ, ਕਿਉਂਕਿ ਯੂਪੀਏ ਸਰਕਾਰ ਦੇ ਮੁਕਾਬਲੇ ਜਿਹੜੀ ਇਹ ਸਰਕਾਰ ਆ ਇਹਦੀ ਤੇ ਜਿਹੜੀ ਟੈਕਸੇਸ਼ਨ ਆ ਉਹ ਬਹੁਤ ਜ਼ਿਆਦਾ, ਐਕਸਾਈਜ਼ ਡਿਊਟੀ ਬਹੁਤ ਜ਼ਿਆਦਾ ਵਧਾਈ ਇਹਨਾਂ ਨੇ। ਤਾਂ ਇਸ ਕਰਕੇ ਇਹ ਲਾਂਭਾ ਨਹੀਂ ਦੇਣਾ ਚਾਹੀਦਾ। ਠੀਕ ਹੈ, ਉਹ ਗਲਤੀਆਂ ਕਰ ਗਏ, ਹੁਣ ਜਿਵੇਂ ਸਾਰੀ ਗੱਲ ਇੱਥੇ ਅਕਾਲੀਆਂ ਤੇ ਸੁੱਟ ਦਿੰਦੇ ਆ ਕਿ ਅਕਾਲੀ ਐਂ ਕਰਦੇ, ਅਕਾਲੀ ਐਂ ਕਰਕੇ ਸੱਤਾਧਾਰੀ। ਤੇ ਮੈਂ ਇਹ ਗੱਲ ਕਹਿੰਦਾ ਕਿ ਅਕਾਲੀ ਐਂ ਕਰਕੇ ਤੇ ਅਕਾਲੀਆਂ ਨੂੰ ਤਾਂ ਲੋਕਾਂ ਨੇ ਉਹ ਕਰਤਾ, ਤੁਸੀਂ ਕਾਹਦੇ ਵਾਸਤੇ ਆਏ ਸੀਗੇ? ਜੇ ਤੁਹਾਡੇ ਕੋਲ ਸਾਰੀਆਂ ਚੀਜ਼ਾਂ ਠੀਕ ਨਹੀਂ ਸੀ ਹੋ ਸਕਦੀਆਂ, ਤੁਸੀਂ ਮੈਨੀਫੈਸਟੋ ਨਾ ਬਣਾਉਂਦੇ। ਤੁਸੀਂ ਕਹਿੰਦੇ ਭਾਈ ਤੁਸੀਂ ਸਾਨੂੰ ਮੌਕਾ ਦੇ ਦਿਓ, ਜੋ ਸਾਥੋਂ ਤਰਿਆ ਪੁੱਜਿਆ ਕਰ ਲਾਂਗੇ ਅਸੀਂ। ਜੀ। ਤੁਸੀਂ ਤੇ ਉਦੋਂ ਪੰਨੇ ਭਰ ਦਿੰਦੇ ਹੋ, ਤੁਸੀਂ ਬਹੁਤ ਵੱਡੇ ਦਾਅਵੇ ਕਰਦੇ ਹੋ, ਵੱਡੀ ਕਿਤਾਬ ਚ ਇੱਕ ਬਣਾ ਦਿੰਦੇ ਆ ਕਿ ਹਾਂਜੀ। ਸੋ ਇਸ ਕਰਕੇ ਇਹ ਤੇ ਮੈਂ ਸਮਝਦਾ ਜ਼ਿੰਮੇਵਾਰੀ ਤੋਂ ਮੁਕਤ ਹੋਣ ਵਾਲੀ ਗੱਲ ਹੈ। ਔਰ ਇਹਦੇ ਨਾਲ ਇਕੱਲਾ ਤੇਲ ਦਾ ਨਹੀਂ ਮਸਲਾ ਹੁੰਦਾ, ਮੈਂ ਜਿੱਥੋਂ ਗੱਲ ਸ਼ੁਰੂ ਕੀਤੀ ਸੀ, ਮਸਲਾ ਹੁੰਦਾ ਮਹਿੰਗਾਈ ਦਾ। ਅੱਜ ਤੁਸੀਂ ਵੇਖੋ, ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਇੱਕ ਡੰਗ ਦੀ ਸਬਜ਼ੀ, ਜੇ ਇੱਕ ਡੰਗ ਦੀ ਸਬਜ਼ੀ, ਚਲੋ ਸਾਡੇ ਵਰਗੇ ਮਾਤੜ ਉਹਨੂੰ 2 ਡੰਗ ਚ ਵੀ ਖਾ ਲੈਂਦੇ ਆ, ਸਬਜ਼ੀ ਬਣਾਉਣੀ ਹੋਵੇ 100 ਰੁਪਇਆ ਲੱਗਦਾ। ਔਰ 100 ਰੁਪਇਆ ਲੱਗਦਾ ਕਿਉਂ? ਕਿਉਂਕਿ ਟਰਾਂਸਪੋਰਟੇਸ਼ਨ ਮਹਿੰਗੀ ਆ। ਜਿਵੇਂ ਜਿਵੇਂ ਤੇਲ ਵਧੀ ਜਾਊਗਾ ਭਾੜੇ ਵਧੀ ਜਾਣੇ ਆ ਜੀ। ਸੋ ਇਹ ਹਾਲ ਆ ਕਿ ਇਕੱਲੇ ਗੱਲ ਤੇਲ ਦੀ ਨਹੀਂ ਹੈ, ਤੇਲ ਦੀ ਗੱਲ ਨਹੀਂ ਹੈ। ਮਜ਼ਦੂਰ ਮੋਟਰਸਾਈਕਲ ਤੋਂ ਸਾਈਕਲ ਤੇ ਆ ਜਾਏਗਾ, ਆਮ ਬੰਦਾ ਕਾਰ ਤੋਂ ਮੋਟਰਸਾਈਕਲ ਤੇ ਆ ਜਾਏਗਾ, ਉਸ ਤੋਂ ਵੱਡਾ ਬੰਦਾ ਉਹਨੂੰ ਕੋਈ ਫਰਕ ਹੀ ਨਹੀਂ ਪੈਣਾ ਜੀ, ਮਿੰਟੂ ਜੀ ਹੋ ਜਾਏਗਾ। ਪਰ ਗੱਲ ਇਹ ਆ ਕਿ ਆ ਜਿਹੜੀ ਮਹਿੰਗਾਈ ਆ, ਇੱਕ ਬੰਦੇ ਦੇ ਕੋਲੋਂ ਤੁਸੀਂ ਥਾਲੀ ਦੇ ਵਿੱਚੋਂ ਸਬਜ਼ੀ ਵੀ ਖੋ ਰਹੇ ਹੋ ਜੀ। ਪੈਗਾਸਸ ਜਿਹੜਾ ਕਾਂਡ ਹੈ ਇਸਨੇ ਦੁਨੀਆ ਭਰ ਨੂੰ ਹਿਲਾਇਆ ਹੋਇਆ ਹੈ, ਔਰ ਪਤਾ ਲੱਗਾ ਹੈ ਕਿ ਭਾਰਤੀ ਕੇਂਦਰ ਸਰਕਾਰ ਜਿਹੜੀ ਕੇਂਦਰ ਹੈ ਕਮੇਟੀ ਬਣਾ ਸਕਦੀ। ਹਾਂਜੀ, ਦੇਖੋ ਗੱਲ ਇਹ ਆ ਕਿ ਇਹਨਾਂ ਨੇ ਜਾ ਕੇ ਉੱਥੇ ਜਿਹੜਾ ਜਵਾਬ ਦਿੱਤਾ ਵਾ ਸੁਪਰੀਮ ਕੋਰਟ ਦੇ ਵਿੱਚ, ਕਿਉਂਕਿ ਸੁਪਰੀਮ ਕੋਰਟ 'ਚ ਸੁਣਵਾਈ ਚੱਲ ਰਹੀ ਹੈ ਮਾਮਲੇ ਦੇ ਮੁਤਲਕ। ਔਰ ਚੇਤੇ ਰੱਖਣ ਯੋਗ ਗੱਲ ਹੈ ਕਿ ਅੱਜ ਵੀ ਸੁਣਵਾਈ ਹੋਈ, ਕੱਲ ਵੀ ਸੁਣਵਾਈ ਹੋਈ ਆ ਤੇ ਅੱਜ ਵੀ ਹੋਏਗੀ, ਮੰਗਲਵਾਰ ਵੀ ਸੁਣਵਾਈ ਆ ਉੱਥੇ। ਤਾਂ ਇਹਨਾਂ ਨੇ ਜਿਹੜੀ ਜਾ ਕੇ ਉੱਥੇ ਗੱਲ ਕਹੀ ਆ, ਜਿੰਨੀ ਕੁ ਮੀਡੀਆ ਰਿਪੋਰਟ ਦੇ ਰਾਹੀਂ ਜਾਣਕਾਰੀ ਮਿਲੀ ਆ, ਕਿਉਂਕਿ ਦੇਖੋ ਹਰੇਕ ਜਿਹੜਾ ਮੀਡੀਆ ਆਊਟਲੈਟ ਹੈ ਉਹ ਆਪੋ ਆਪਣੇ ਹਿਸਾਬ ਨਾਲ ਕਵਰੇਜ ਕਰਦਾ, ਪਰ ਜੋ ਸੁਪਰੀਮ ਕੋਰਟ ਦੇ ਵਿੱਚੋਂ ਗੱਲ ਨਿਕਲਦੀ ਹੈ ਤਕਰੀਬਨ ਇਹੀ ਹੁੰਦੀ ਹੈ ਉਹਨਾਂ ਦੀ ਕਵਰੇਜ। ਇਹਦੇ ਵਿੱਚ ਕੋਈ ਆਪਣਾ ਕੋਈ ਕਿਸੇ ਦਾ ਦ੍ਰਿਸ਼ਟੀਕੋਣ ਨਹੀਂ ਹੁੰਦਾ, ਕਿਉਂਕਿ ਜੋ ਸੁਣਵਾਈ ਤੋਂ ਉਲਟ ਕੋਈ ਗੱਲ ਲਿਖ ਦਿੱਤੀ ਜਾਵੇ ਤਾਂ ਔਖਾ ਹੋ ਜਾਂਦਾ। ਤਾਂ ਉਹਦੇ ਵਿੱਚ ਜਿੰਨਾ ਕੁ ਸੁਣਨ ਦੇ ਵਿੱਚ ਆਇਆ ਕਿ ਇਹਨਾਂ ਨੇ ਕਿਹਾ ਕਿ ਦੇਖੋ ਦੋਸ਼ ਬੇਬੁਨਿਆਦ ਦੇ ਦੋਸ਼ ਆ ਜੀ, ਕੋਈ ਇਹਨਾਂ ਦੇ ਵਿੱਚ ਨਾ ਕੋਈ ਵਜ੍ਹਾ ਨਹੀਂ ਹੈਗਾ, ਮਤਲਬ ਕਿ ਕੋਈ ਐਡੀ ਗੱਲ ਨਹੀਂ ਹੈਗੀ, ਮਤਲਬ ਗਾਣਾ ਹੈ ਨਾ, ਐਡੀ ਗੱਲ ਨਹੀਂ ਸੀ ਜਿੱਦੀ ਤੂੰ ਬਣਾ ਕੇ ਬਹਿ ਗਿਆ, ਐਡੀ ਗੱਲ ਨਹੀਂ ਸੀ ਜਿੱਦੀ ਤੂੰ ਬਣਾ ਕੇ ਬਹਿ ਗਿਆ। ਹਾਂ ਚਲੋ ਅਸੀਂ ਨਾ ਏਦਾਂ ਕਰਦੇ ਹਾਂ ਕਿ ਕਮੇਟੀ ਦਾ ਗਠਨ ਕਰਦੇ ਨੇ, ਕਮੇਟੀ ਬਣਾ ਕੇ ਅਸੀਂ ਜਾਂਚ ਪੜਤਾਲ ਕਰ ਲਵਾਂਗੇ। ਪਰ ਮੇਨ ਗੱਲ ਜਿਹੜੀ ਆ, ਮੁੱਦਾ ਹੈ ਜਿਹੜਾ ਉੱਥੇ ਬਹਿਸ ਦਾ ਵਿਸ਼ਾ ਬਣਿਆ ਉਹ ਇਹ ਆ, ਕਿਉਂਕਿ ਦੇਖੋ ਜਿਹੜਾ ਇਹਨਾਂ ਨੇ ਹਲਫਨਾਮਾ ਦਿੱਤਾ ਉਹਦੇ ਵਿੱਚ ਇਹਨਾਂ ਨੇ ਪੈਗਾਸਸ ਦੇ ਮਾਮਲੇ 'ਚ ਯੈਸ ਔਰ ਨੋ ਨਹੀਂ ਕੀਤੀ, ਕਿਉਂਕਿ ਮਾਮਲਾ ਤੇ ਇਹੀ ਹੈ ਨਾ ਕਿ ਤੁਸੀਂ ਜਾਂਚ ਪੜਤਾਲ, ਬੇਸਿਕ ਸਵਾਲ ਇਸ ਮਾਮਲੇ 'ਚ ਪਹਿਲੇ ਦਿਨ ਤੋਂ ਇਹ ਹੋਆ ਕਿ ਤੁਸੀਂ ਕਰਵਾਈ ਹੈ ਜਸੂਸੀ ਕਿ ਨਹੀਂ, ਪੈਗਾਸਸ ਵਰਤਿਆ ਜਾਂ ਨਹੀਂ ਵਰਤਿਆ, ਹਲਫਨਾਮਾ ਸਾਇਲੈਂਟ ਆ। ਸੋ ਇਸ ਕਰਕੇ ਉੱਥੇ ਜਿਹੜਾ ਦੁਬਾਰਾ ਹੋਏਗੀ ਮੇਰੇ ਖਿਆਲ ਦੇ ਨਾਲ ਕਿ ਬੇਸਿਕ ਸਵਾਲ ਜਿਹੜਾ ਉਹ ਉੱਥੇ ਦਾ ਉੱਥੇ ਖਲੋਤਾ ਵਾ ਕਿ ਪੈਗਾਸਸ ਦੀ ਜਾਂਚ ਪੜਤਾਲ ਜੇ ਹੋਏਗੀ ਤਾਂ ਉਹਦੇ 'ਚ ਇਹ ਤੁਹਾਨੂੰ ਮੰਨਣਾ ਨਹੀਂ ਪਏਗਾ ਕਿ ਹਾਂ ਭਾਈ ਤੁਸੀਂ ਕੀਤੀ ਆ ਵਰਤੋਂ, ਜੇ ਨਹੀਂ ਕੀਤੀ ਤਾਂ ਕਹਿ ਦਿਓ ਸੁਪਰੀਮ ਕੋਰਟ ਨੂੰ, ਕਿਉਂਕਿ ਬਾਅਦ ਦੇ ਵਿੱਚ ਵੀ ਤਾਂ ਹੋਣਾ ਨਾ ਸਾਹਮਣੇ। ਤੁਸੀਂ ਹੁਣ ਹਲਫਨਾਮਾ ਦੇ ਰਹੇ ਹੋ ਤਾਂ ਉਹਦੇ 'ਚ ਬੇਸਿਕ ਚੀਜ਼ ਤੇ ਇਹੀ ਹੋਣੀ ਚਾਹੀਦੀ ਹੈ, ਤੁਸੀਂ ਨਹੀਂ ਵਰਤੋਂ ਕੀਤੀ, ਤੁਸੀਂ ਨਹੀਂ ਜਸੂਸੀ ਕਰਵਾਈ ਤਾਂ ਉੱਥੇ ਲਿਖ ਦਿਓ ਸ਼ਰੇਆਮ, ਦੇਖੋ ਜੀ ਅਸੀਂ ਜਸੂਸੀ ਨਹੀਂ ਕਰਵਾਈ ਕਿਸੇ ਦੀ, ਪੈਗਾਸਸ ਦੇ ਨਾਲ ਸਾਡੀ ਕੋਈ ਡੀਲ ਨਹੀਂ ਹੈਗੀ, ਜੇ ਜਾਂਚ ਪੜਤਾਲ ਕਰਵਾਉਣੀ ਹੈ ਤਾਂ ਕੋਈ ਗੱਲ ਨਹੀਂ, ਸਾਡੇ ਵੱਲੋਂ ਕਮੇਟੀ ਦਾਨੇ ਆ, ਕੋਈ ਚੱਕਰ ਨਹੀਂ, ਅਸੀਂ ਕਮੇਟੀ ਜਿਹੜੀ ਆ ਉਹਦਾ ਗਠਨ ਕਰ ਦਿੰਦੇ ਹਾਂ, ਜਾਂਚ ਪੜਤਾਲ ਕਰ ਲਵੇ। ਤਾਂ ਗੱਲ ਉੱਥੇ ਦੀ ਉੱਥੇ ਹੀ ਫੇਰ ਖਲੋਤੀ ਆ ਕਿ ਜੇ ਮੰਨ ਲਓ ਤੁਸੀਂ ਇਹ ਮੰਨਦੇ ਹੀ ਨਹੀਂ ਹੈ ਕਿ ਜਸੂਸੀ ਹੋਈ ਹੈ ਜਾਂ ਨਹੀਂ ਹੋਈ, ਤਾਂ ਫਿਰ ਤਾਂ ਉਹ ਪਟੀਸ਼ਨ ਜਿਹੜੀ ਆ ਉਹ ਭਾਵੇਂ 5 ਸਾਲ ਪਈ ਰਵੇ, ਕਿਉਂਕਿ ਜਵਾਬ ਤਾਂ ਕੀ ਕਮੇਟੀ ਤੁਸੀਂ ਬਣਾ ਰਹੇ ਹੋ, ਦੋਸ਼ ਤੁਹਾਡੇ ਤੇ ਆ, ਸੁਪਰੀਮ ਕੋਰਟ ਦੇ ਵਿੱਚ ਜਵਾਬ ਤੁਸੀਂ ਦੇ ਰਹੇ ਹੋ, ਪਰ ਜਵਾਬ ਦੇ ਵਿੱਚ ਇਹ ਚੀਜ਼ ਤੁਸੀਂ ਮਿਸ ਕਰ ਰਹੇ ਹੋ ਕਿ ਹਾਂ ਜਿਹੜੀ ਜਸੂਸੀ ਹੋਈ ਹੈ ਜਾਂ ਨਹੀਂ ਹੋਈ, ਪੈਗਾਸਸ ਦੀ ਵਰਤੋਂ ਹੋਈ ਹੈ ਜਾਂ ਨਹੀਂ ਹੋਈ। ਸੋ ਇਸ ਕਰਕੇ ਹੁਣ ਅੱਜ ਦੀ ਜਿਹੜੀ ਸੁਣਵਾਈ ਹੈ ਇਸ ਮਾਮਲੇ ਦੇ ਵਿੱਚ ਮਹੱਤਵਪੂਰਨ ਰਹੇਗੀ। ਔਰ ਦੇਖੋ ਗੱਲ ਕੀ ਆ ਕਿ ਮੈਂ ਕੁਛ ਜਿਹੜੇ ਵੱਡੇ ਲਾਇਰ ਹੈ ਮੁਲਕ ਦੇ ਸਾਡੇ ਦੇ, ਉਹਨਾਂ ਦਾ ਓਪੀਨੀਅਨ ਸੁਣਨ ਦਾ ਜਾਂ ਕਹਿ ਲਓ ਕਿ ਸਮਝਣ ਦਾ ਯਤਨ ਕੀਤਾ। ਉਹ ਕਹਿੰਦੇ ਆ ਕਿ ਕਮੇਟੀ ਠੀਕ ਆ, ਕਮੇਟੀ ਬਣ ਜਾਵੇ, ਕੋਈ ਦਿੱਕਤ ਨਹੀਂ ਹੈ, ਪਰ ਕਮੇਟੀ
ਸਰਕਾਰ ਦੀ ਕਿਉਂ ਹੋਣੀ ਚਾਹੀਦੀ ਹੈ? ਤਾਂ ਸੁਪਰੀਮ ਕੋਰਟ ਦੀ ਸੁਪਰਵਿਜ਼ਨ ਹੇਠ ਕਿਉਂ ਨਹੀਂ? ਜੇ ਸੁਪਰੀਮ ਕੋਰਟ ਦੀ ਸੁਪਰਵਿਜ਼ਨ ਹੇਠ ਬਣੇਗੀ ਤਾਂ ਬਿਹਤਰ ਆ, ਕਿਉਂਕਿ ਸਰਕਾਰ ਜਿਹੜੀ ਆ, ਸਰਕਾਰ ਕਮੇਟੀਆਂ ਨੂੰ ਕਿਸ ਤਰ੍ਹਾਂ ਚਲਾਉਂਦੀ ਉਹ ਸਭ ਨੇ ਦੇਖਿਆ, ਇਤਿਹਾਸ ਹੈ ਉਹਦੇ ਦਾ। ਤਾਂ ਕਹਿਣ ਦਾ ਭਾਵ ਇਹ ਆ ਕਿ ਦੋ ਚੀਜ਼ਾਂ ਨੇ ਕਿ ਹਾਂ ਜਾਂ ਨਾ ਕਰੋ, ਪਹਿਲੀ ਗੱਲ ਤੇ ਕਿ ਵਰਤੋਂ ਹੋਈ ਜਾਂ ਨਹੀਂ। ਦੂਜਾ ਇਹ ਕਿ ਜੇ ਕਮੇਟੀ ਬਣਾਉਣੀ ਆ ਤਾਂ ਕੀ ਉਹ ਸੁਪਰੀਮ ਕੋਰਟ ਦੀ ਨਿਗਰਾਨੀ 'ਚ ਨਹੀਂ ਬਣਨੀ ਚਾਹੀਦੀ? ਜੀ, ਜੇ ਤੁਹਾਨੂੰ ਇਤਰਾਜ਼ ਨਹੀਂ ਹੋਣਾ ਚਾਹੀਦਾ ਕੇਂਦਰ ਵਾਲਿਆਂ ਨੂੰ ਜੇ ਸੁਪਰੀਮ ਕੋਰਟ ਆਪਣੀ ਨਿਗਰਾਨੀ ਹੇਠ ਬਣਾ ਦਿੰਦੀ ਹੈ, ਤਾਂ ਹੁਣ ਇਸੇ ਗੱਲ ਤੇ ਹੀ ਧਿਆਨ ਰਹੇਗਾ ਕਿ ਕੀ ਸੁਪਰੀਮ ਕੋਰਟ ਫੈਸਲਾ ਲੈ ਕੇ ਇਹ ਕਹਿੰਦੀ ਹੈ ਕਿ ਹਾਂ ਭਾਈ ਸਾਡੀ ਨਿਗਰਾਨੀ ਹੇਠ ਜਾਂਚ ਪੜਤਾਲ ਕਰਵਾਵਾਂਗੇ। ਜੀ, ਬਹੁਤ ਬਹੁਤ ਸ਼ੁਕਰੀਆ ਮਿੰਟੂ ਜੀ, ਧੰਨਵਾਦ, ਥੈਂਕ ਯੂ ਵੈਰੀ ਮਚ। ਕੱਲ ਮਿਲਦੇ ਹਾਂ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।